बहुत ही प्यारे बच्चों, ਅੱਜ ਆਪਾਂ ਅਲੰਕਾਰ ਪੜਾਂਗੇ। ਠੀਕ ਹੈ ਨਾ। ਅਲੰਕਾਰ ਕੀ ਹੁੰਦਾ ਬੱਚਿਓ? ਅਲੰਕਾਰ ਹੁੰਦਾ ਕੋਈ ਗਹਿਣਾ। ਜਿਸ ਤਰ੍ਹਾਂ ਆਪਾਂ ਆਪਣੇ ਆਪ ਨੂੰ ਸਜਾਉਂਦੇ ਹਾਂ ਨਾ ਆਪਾਂ ਬਾਹਰ ਜਾਣ ਲਈ, ਉਸੇ ਤਰ੍ਹਾਂ ਜਦੋਂ ਆਪਾਂ ਆਪਣੀ ਭਾਸ਼ਾ ਨੂੰ ਸਜਾ ਕੇ ਲਿਖਦੇ ਹਾਂ ਨਾ ਬੱਚਿਓ, ਤਾਂ ਉਹ ਅਲੰਕਾਰਾਂ ਦੀ ਵਰਤੋਂ, ਜੋ ਗਹਿਣੇ ਪਾਉਂਦੇ ਆਪਾਂ ਆਪਣੇ ਸ਼ਬਦਾਂ ਨੂੰ, ਉਹ ਅਲੰਕਾਰ ਹੀ ਹੁੰਦੇ ਨੇ। ਠੀਕ ਹੈ ਬੱਚਿਓ। ਤੇ ਅਲੰਕਾਰ ਦਾ ਮਤਲਬ ਕੀ ਹੁੰਦਾ ਬੱਚੋ? ਗਹਿਣੇ। ਠੀਕ ਹੈ। ਕਈ ਦੇਖਿਆ ਆਪਾਂ ਨੇ ਇੱਕ ਸਿੰਪਲ ਜੀ ਸਧਾਰਨ ਜੀ ਗੱਲ ਨੂੰ ਕਈ ਲੋਕ ਬੜੀ ਸੋਹਣੀ ਕਹਿ ਦਿੰਦੇ ਨੇ ਤੇ ਉਹ ਅਲੰਕਾਰਾਂ ਦੀ ਵਰਤੋਂ ਕਰਦੇ ਨੇ। ਠੀਕ ਹੈ। ਭਾਸ਼ਾ ਬਹੁਤ ਸੋਹਣੀ ਲੱਗਦੀ ਹੈ ਬੱਚੋ ਜਦੋਂ ਆਪਾਂ ਅਲੰਕਾਰ ਵਰਤਦੇ ਹਾਂ। ਲੱਛਣ ਤੇ ਸਰੂਪ ਦੇਖੀਏ ਆਪਾਂ। ਅਲੰਕਾਰ ਕਵਿਤਾ ਦੇ ਗਹਿਣੇ ਹਨ। ਠੀਕ ਹੈ ਨਾ। ਕਵਿਤਾ ਦੇ ਗਹਿਣੇ ਹਨ ਇਹ। ਠੀਕ ਹੈ। ਜਿਵੇਂ ਆਦਮੀ ਆਪਣੇ ਸਰੀਰ ਨੂੰ ਸੋਹਣਾ ਤੇ ਪ੍ਰਭਾਵਸ਼ਾਲੀ ਬਣਾਉਣ ਲਈ ਕਈ ਤਰ੍ਹਾਂ ਦੇ ਗਹਿਣੇ ਪਹਿਨਦਾ ਹੈ ਅਤੇ ਆਪਣੇ ਆਪ ਨੂੰ ਸਜਾਉਂਦਾ ਹੈ, ਉਸੇ ਤਰ੍ਹਾਂ ਕਵੀ ਵੀ ਆਪਣੀਆਂ ਕਵਿਤਾਵਾਂ ਨੂੰ ਵਧੇਰੇ ਸੋਝਮਈ ਤੇ ਪ੍ਰਭਾਵਜਨਕ ਬਣਾਉਣ ਲਈ ਕਈ ਤਰ੍ਹਾਂ ਦੀਆਂ ਸਜਾਵਟੀ ਜੁਗਤਾਂ ਵਰਤਦਾ ਹੈ। ਜਿਵੇਂ ਕਿ ਹੁਣ ਤੁਹਾਡੇ ਸਾਹਮਣੇ ਜੋ ਸਕਰੀਨ ਹੈ ਨਾ, ਦੇਖੋ ਸਧਾਰਨ ਜੀ ਗੱਲ ਨੂੰ, ਠੀਕ ਹੈ, ਕਿਸ ਤਰ੍ਹਾਂ ਲਿਖਿਆ ਗਿਆ, ਅਲੱਗ-ਅਲੱਗ ਸ਼ਬਦ ਵਰਤ ਕੇ ਲਿਖਿਆ ਗਿਆ ਹੈ ਨਾ। ਕਵੀ ਤੇ ਸਾਹਿਤਕਾਰ ਦੀਆਂ ਇਹਨਾਂ ਸੁਹਜਾਤਮਕ ਜੁਗਤਾਂ ਨੂੰ ਹੀ ਆਮ ਤੌਰ 'ਤੇ ਅਲੰਕਾਰ ਕਿਹਾ ਜਾਂਦਾ ਹੈ। ਅਲੰਕਾਰ ਦਾ ਅੱਖਰੀ ਅਰਥ ਹੀ ਗਹਿਣੇ, ਜ਼ੇਵਰ, ਭੂਸ਼ਣ, ਟੁੰਬਾਂ, ਸਜਾਵਟ, ਸੋਝ, ਸ਼ਿੰਗਾਰ ਆਦਿ ਹਨ। ਅਲੰਕਾਰ ਇਹ ਨਾਂ ਹੀ ਇਸ ਕਰਕੇ ਪਿਆ ਹੈ ਕਿ ਇਸ ਦਾ ਕੰਮ ਤੇ ਇਸ ਦਾ ਮਨੋਰਥ ਹੀ ਸਾਜ ਸਜਾਵਟ ਹੈ। ਪਰ ਇਹ ਚੇਤੇ ਰੱਖਣ ਵਾਲੀ ਗੱਲ ਹੈ ਕਿ ਅਲੰਕਾਰਾਂ ਦੀ ਸਾਜ ਸਜਾਵਟ ਕਵਿਤਾ ਉੱਤੇ ਭਾਰੂ ਨਹੀਂ ਹੋਣੀ ਚਾਹੀਦੀ। ਮਤਲਬ ਇਸ ਤਰ੍ਹਾਂ ਨਹੀਂ ਹੋਣੀ ਚਾਹੀਦੀ ਵੀ ਬਹੁਤ ਹੀ ਬੋਝਲ ਲੱਗੇ। ਠੀਕ ਹੈ ਨਾ। ਤੇ ਆਪਾਂ ਕਹਾਂਗੇ ਵੀ ਸਧਾਰਨ ਹੋਣੀ ਚਾਹੀਦੀ ਹੈ, ਸਗੋਂ ਕਵਿਤਾ ਦੇ ਭਾਵ ਤੇ ਪ੍ਰਭਾਵ ਨੂੰ ਉਜਾਗਰ ਕਰੇ, ਵੀ ਕਵਿਤਾ ਕੀ ਕਹਿਣਾ ਚਾਹੁੰਦੀ ਹੈ ਉਹ ਆਪਾਂ ਨੂੰ ਪਤਾ ਲੱਗੇ। ਇਸ ਤਰ੍ਹਾਂ ਨਾਲ ਵੀ ਬਹੁਤ ਹੀ ਔਖੀ ਹੋਵੇ। ਠੀਕ ਹੈ ਨਾ। ਕਵੀ ਆਪਣੀਆਂ ਕਾਵਿ ਕਿਰਤਾਂ ਵਿੱਚ ਅੱਖਰਾਂ, ਵਰਨਾਂ, ਸ਼ਬਦਾਂ, ਵਾਕਾਂ ਤੇ ਮੁਹਾਵਰਿਆਂ ਨੂੰ ਇਸ ਤਰ੍ਹਾਂ ਬੀੜਦਾ ਤੇ ਜੋੜਦਾ ਹੈ ਕਿ ਉਹਨਾਂ ਦੇ ਜੋੜ ਸੰਯੋਗ ਤੋਂ ਨਿਵੇਕਲਾ ਚਮਤਕਾਰੀ ਸੋਝ ਉੱਭਰਦਾ ਹੈ। ਇਹ ਚਮਤਕਾਰੀ ਸੋਝ ਹੀ ਅਲੰਕਾਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਕਈ ਵਾਰ ਕਵੀ ਅਰਥਾਂ ਦੇ ਪੱਧਰ 'ਤੇ ਵੀ ਬੜੀ ਅਨੋਖੀ ਗੱਲ ਕਰ ਜਾਂਦਾ ਹੈ ਅਤੇ ਉਸਦੇ ਅਰਥ ਵੀ ਚਮਤਕਾਰੀ ਸੋਝ ਪੈਦਾ ਕਰ ਜਾਂਦੇ ਹਨ, ਜਿਨ੍ਹਾਂ ਨੂੰ ਸੁਣ ਕੇ, ਸਮਝ ਕੇ ਪਾਠਕ ਤੇ ਸਰੋਤੇ ਝੂਮ ਉੱਠਦੇ ਹਨ ਅਤੇ ਵਾਹ ਵਾਹ ਕਰਨ ਲੱਗ ਪੈਂਦੇ ਹਨ। ਅਜਿਹੀਆਂ ਸਾਰੀਆਂ ਕਲਾ ਜੁਗਤਾਂ ਅਤੇ ਸੋਝ ਵਿਧੀਆਂ ਨੂੰ ਵਿਦਵਾਨਾਂ ਨੇ ਅਲੰਕਾਰ ਦਾ ਨਾਂ ਦਿੱਤਾ ਹੈ। ਇਸ ਤਰ੍ਹਾਂ ਕਵੀ ਆਪਣੀਆਂ ਕਵਿਤਾਵਾਂ ਵਿੱਚ ਧੁਨੀਆਂ, ਸ਼ਬਦਾਂ, ਵਾਕਾਂ, ਮੁਹਾਵਰਿਆਂ ਅਤੇ ਸ਼ਬਦਾਂ ਅਰਥਾਂ ਦੀ ਵਿਲੱਖਣ ਵਰਤੋਂ ਕਰਕੇ ਕਈ ਤਰ੍ਹਾਂ ਦੇ ਅਲੰਕਾਰ ਪੈਦਾ ਕਰਦੇ ਹਨ। ਅਲੰਕਾਰ ਸੰਬੰਧੀ ਸਾਰੀ ਚਰਚਾ ਨੂੰ ਅਸੀਂ ਇੱਕ ਦੋ ਢੁਕਵੀਆਂ ਮਿਸਾਲਾਂ ਦੇ ਕੇ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ। ਠੀਕ ਹੈ ਨਾ। ਪੰਜਾਬੀ ਦੇ ਮਸ਼ਹੂਰ ਕਵੀ ਪ੍ਰੋਫੈਸਰ ਮੋਹਨ ਸਿੰਘ ਦੀ ਗਜ਼ਲ ਦਾ ਇੱਕ ਬੰਦ ਹੈ, ਇੱਕ ਟੁਕੜਾ ਹੈ। ਚਿੱਟੇ ਚਾਨਣ ਦਾ ਦੁੱਧ ਡੁੱਲਿਆ ਤੇ ਮਟਕੀ ਭੱਜੀ ਹਨੇਰੇ ਦੀ, ਛੱਡ ਰਾਤਾਂ ਦੀਆਂ ਹਕਾਇਤਾਂ ਨੂੰ, ਕੋਈ ਗੱਲ ਕਰ ਨਵੇਂ ਸਵੇਰੇ ਦੀ। ਠੀਕ ਹੈ ਨਾ। ਕੋਈ ਗੱਲ ਕਰ ਨਵੇਂ ਸਵੇਰੇ ਦੀ। ਇਸ ਕਾਵਿ ਬੰਦ ਵਿੱਚ ਬਹੁਤ ਸੋਹਣੇ ਅਲੰਕਾਰ ਹਨ। ਇੱਥੇ ਕਵੀ ਨੇ ਚਿੱਟੇ ਚਾਨਣ ਨੂੰ ਦੁੱਧ ਬਣਾਇਆ ਹੈ ਅਤੇ ਹਨੇਰੇ ਨੂੰ ਮਟਕੀ ਬਣਾਇਆ ਹੈ। ਹੁਣ ਹਨੇਰਾ ਤਾਂ ਹੈ ਹੀ ਸੀ ਬੱਚੋ, ਮਟਕੀ ਵੀ ਬਣਾਤਾ, ਚਾਨਣ ਤਾਂ ਸੀ, ਉਹਨੂੰ ਦੁੱਧ ਬਣਾਤਾ ਹੈ ਨਾ। ਕਵੀ ਆਖਦਾ ਹੈ ਕਿ ਜਦੋਂ ਹਨੇਰੇ ਦੀ ਮਟਕੀ ਟੁੱਟ ਗਈ ਤਾਂ ਚਾਨਣ ਦਾ ਦੁੱਧ ਡੁੱਲ ਗਿਆ। ਦੁੱਧ, ਮਟਕੀ ਜੋ ਵਰਤੇ ਉਹ ਪੁੱਤ ਗਹਿਣੇ ਨੇ। ਠੀਕ ਹੈ ਨਾ। ਤੇ ਇਸ ਤਰ੍ਹਾਂ ਹੀ ਸਾਰੇ ਹੀ ਗਹਿਣੇ ਨੇ। ਭਾਵ ਇਹ ਹੈ ਕਿ ਮਨੁੱਖੀ ਅਗਿਆਨ ਦੇ ਹਨੇਰੇ ਵਿੱਚੋਂ ਨਿਕਲ ਕੇ ਗਿਆਨ ਦੇ ਚਾਨਣ ਵਿੱਚ ਆਇਆ ਹੈ। ਹੁਣ ਗਿਆਨ ਦਾ ਨਵਾਂ ਸਵੇਰਾ ਆ ਗਿਆ ਹੈ। ਚਾਨਣ ਤੇ ਦੁੱਧ ਦਾ ਰੰਗ ਚਿੱਟਾ ਹੈ ਅਤੇ ਹਨੇਰੇ ਤੇ ਮਟਕੀ ਦਾ ਰੰਗ ਕਾਲਾ ਹੈ। ਇਹ ਦੋਵੇਂ ਆਪਸ ਵਿੱਚ ਮਿਲਦੇ ਹਨ। ਇਸ ਲਈ ਕਵੀ ਨੇ ਚਾਨਣ ਤੇ ਹਨੇਰੇ ਦੀ ਗੱਲ ਕੀਤੀ ਹੈ ਬੱਚੋ। ਠੀਕ ਹੈ ਨਾ। ਦੇਖੋ ਕਿੰਨਾ ਸੋਹਣਾ ਲਿਖਿਆ ਹੋਇਆ ਇਹ। ਠੀਕ ਹੈ ਨਾ। ਤੇ ਦੋਹਾਂ ਵਿੱਚ ਇੱਕ ਰੂਪਤਾ ਹੋਣ ਕਰਕੇ ਰੂਪਕ ਅਲੰਕਾਰ ਬਣਦਾ ਹੈ। ਰੂਪਕ ਮਤਲਬ ਇੱਕ ਰੂਪਤਾ ਹੈ। ਹਨੇਰਾ ਕਾਲਾ ਹੁੰਦਾ ਹੈ ਨਾ, ਠੀਕ ਹੈ, ਚਾਨਣ ਚਿੱਟਾ ਹੁੰਦਾ, ਇਸ ਕਰਕੇ ਰੂਪਕ ਹੈ। ਠੀਕ ਹੈ। ਇੱਕੋ ਰੂਪ ਦੇ ਨੇ। ਠੀਕ ਹੈ ਬੱਚੋ। ਇਸੇ ਤਰ੍ਹਾਂ ਮੋਹਨ ਸਿੰਘ ਦੀ ਇੱਕ ਹੋਰ ਕਵਿਤਾ ਆਵਾਜ਼ਾਂ ਕਾਵਿ ਸੰਗ੍ਰਹਿ ਵਿੱਚ ਸਵੇਰ ਹੈ, ਜਿਸ ਦਾ ਮਸ਼ਹੂਰ ਬੰਦ ਹੈ। ਠੀਕ ਹੈ ਨਾ। ਆਪਾਂ ਦੇਖਦੇ ਹਾਂ ਵੀ ਮੁੰਡਿਆਂ ਦੇ ਗਹਿਣੇ ਮੁੰਡੇ ਹੀ ਪਾਉਂਦੇ ਨੇ, ਕੁੜੀਆਂ ਦੇ ਗਹਿਣੇ ਕੁੜੀਆਂ ਹੀ ਪਾਉਂਦੀਆਂ ਨੇ। ਇਸ ਤਰ੍ਹਾਂ ਆਪਾਂ ਇਸ ਤਰ੍ਹਾਂ ਹੀ ਵਰਤਣਾ। ਠੀਕ ਹੈ। ਲੋਪ ਹੋ ਗਈ ਚੰਨ ਦੀ ਦਾਤੀ, ਵਾਢੀ ਕਰਕੇ ਹਨੇਰੇ ਦੀ, ਪੂਰਬ ਦੀ ਨਿਰਮਲ ਨੈਣ ਉੱਤੇ ਕੇਸਰ ਤੁਰੀਆਂ ਤਰੀਆਂ ਨੇ। ਠੀਕ ਹੈ ਨਾ। ਇੱਥੇ ਕਵੀ ਨੇ ਚੰਨ ਨੂੰ ਦਾਤਰੀ, ਹਨੇਰੇ ਨੂੰ ਫਸਲ ਅਤੇ ਪੂਰਬ ਦਿਸ਼ਾ ਨੂੰ ਨੈਣ ਨਦੀ ਬਣਾਇਆ ਹੈ। ਚੰਨ ਨੂੰ ਦਾਤਰੀ ਨਾਲ ਹਮਸ਼ਕਲ ਮੰਨ ਕੇ
ਇੱਕ ਰੂਪ ਤੇ ਅਭੇਦ ਕਰ ਦਿੱਤਾ ਹੈ। ਦਾਤਰੀ ਦਾ ਕੰਮ ਵੱਢਣਾ ਹੈ। ਇੱਥੇ ਚੰਨ ਦੀ ਦਾਤਰੀ ਹਨੇਰੇ ਦੀ ਫਸਲ ਨੂੰ ਵੱਢ ਰਹੀ ਹੈ, ਅਰਥਾਤ ਹਨੇਰਾ ਖਤਮ ਹੋਇਆ ਹੈ ਅਤੇ ਚੜ੍ਹਦੇ ਵਾਲੇ ਪਾਸੇ ਪੂਰਬ ਵਿੱਚ ਪੌ ਫੁੱਟੀ ਦਾ ਉਜਾਲਾ ਚਮਕ ਰਿਹਾ ਹੈ। ਕਵੀ ਦੱਸਣਾ ਚਾਹੁੰਦਾ ਹੈ ਕਿ ਸਵੇਰਾ ਹੋ ਗਿਆ ਹੈ, ਪਰ ਇਸ ਨਿੱਕੀ ਜਿਹੀ ਗੱਲ ਨੂੰ ਕਵੀ ਨੇ ਅਲੰਕਾਰਾਂ ਦੀਆਂ ਜੁਗਤਾਂ ਨਾਲ ਕਿੰਨਾ ਸੋਝਮਈ ਬਣਾ ਦਿੱਤਾ ਹੈ। ਇੱਥੇ ਰੂਪਕ ਅਲੰਕਾਰ ਹਨ। ਇਹਨਾਂ ਉਪਰੋਕਤ ਉਦਾਹਰਨਾਂ ਤੋਂ ਸਾਫ਼ ਪਤਾ ਲੱਗਦਾ ਹੈ ਕਿ ਕਵਿਤਾ ਵਿੱਚ ਅਲੰਕਾਰ ਕਿਵੇਂ ਪੈਦਾ ਕੀਤੇ ਜਾਂਦੇ ਹਨ ਅਤੇ ਇਹਨਾਂ ਨਾਲ ਕਵਿਤਾਵਾਂ ਕਿਵੇਂ ਵਧੇਰੇ ਸੁੰਦਰ ਤੇ ਰੌਚਕ ਬਣਦੀਆਂ ਹਨ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਭਾਰਤ ਦੇ ਵਿਦਵਾਨਾਂ ਨੇ ਅਲੰਕਾਰ ਨੂੰ ਕਵਿਤਾ ਦਾ ਇੱਕ ਜ਼ਰੂਰੀ ਤੱਤ ਮੰਨਿਆ ਹੈ। ਅਲੰਕਾਰ ਦੇ ਸਿਧਾਂਤ ਉੱਤੇ ਪਿਛਲੇ 1.5-2 ਸਾਲਾਂ ਤੋਂ ਵਿਚਾਰ ਹੁੰਦਾ ਆਇਆ ਹੈ। ਅਲੰਕਾਰਾਂ ਦਾ ਸਭ ਤੋਂ ਪਹਿਲਾਂ ਵਿਚਾਰ ਕਰਨ ਵਾਲੇ ਆਚਾਰੀਆ ਭਰਤ ਮੁਨੀ ਹਨ, ਜਿਨ੍ਹਾਂ ਦਾ ਲਿਖਿਆ ਗ੍ਰੰਥ ਨਾਟ ਸ਼ਾਸਤਰ ਬਹੁਤ ਮਸ਼ਹੂਰ ਹੋਇਆ ਹੈ। ਹੋਰ ਵੀ ਅਨੇਕ ਵਿਦਵਾਨ ਹੋਏ ਹਨ ਜਿਨ੍ਹਾਂ ਨੇ ਅਲੰਕਾਰ ਕੀ ਹੈ ਇਸ ਨੂੰ ਦੱਸਣ ਦੇ ਉਪਰਾਲੇ ਕੀਤੇ ਹਨ, ਪਰ ਲੰਮੀਆਂ ਬਹਿਸਾਂ ਦਾ ਨਿਚੋੜ ਇਹੋ ਮਿਲਦਾ ਹੈ ਕਿ ਅਲੰਕਾਰ ਕਾਵਿ ਕਲਾ ਦਾ ਅਨੋਖਾ ਤੇ ਨਿਰਾਲਾ ਢੰਗ ਹੈ, ਜੋ ਕਵੀ ਦੇ ਬੋਲਾਂ ਤੇ ਸ਼ਬਦਾਂ ਵਿੱਚ ਅਦਭੁਤ ਚਮਤਕਾਰ ਪੈਦਾ ਕਰਕੇ ਕਵਿਤਾ ਦੇ ਸੋਝ ਵਿੱਚ ਵਾਧਾ ਕਰਦਾ ਹੈ। ਇਸ ਤਰ੍ਹਾਂ ਅਲੰਕਾਰ ਕਵਿਤਾ ਵਿੱਚ ਕਈ ਤਰ੍ਹਾਂ ਦੇ ਕੰਮ ਕਰਦੇ ਹਨ। ਉਹਨਾਂ ਦੇ ਕਈ ਮੰਤਵ ਹਨ। ਅਲੰਕਾਰ ਕਾਵਿ ਦੀ ਸੋਝ ਤੇ ਸ਼ੋਭਾ ਵਧਾਉਂਦੇ ਹਨ। ਅਲੰਕਾਰ ਕਾਵਿ ਨੂੰ ਚਮਤਕਾਰੀ ਤੇ ਪ੍ਰਭਾਵਸ਼ਾਲੀ ਬਣਾਉਂਦੇ ਹਨ। ਅਲੰਕਾਰ ਅਰਥਾਂ ਵਿੱਚ ਸਪਸ਼ਟਤਾ ਪੈਦਾ ਕਰਦੇ ਹਨ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਆਪਾਂ ਦੇਖਿਆ ਕਿੰਨਾ ਸੋਹਣਾ ਲਿਖਿਆ ਹੈ ਨਾ। ਅਲੰਕਾਰ ਕਵਿਤਾ ਨੂੰ ਸੁਆਦਲਾ ਬਣਾਉਂਦੇ ਹਨ। ਅਲੰਕਾਰ ਬੇਅੰਤ ਹਨ ਕਿਉਂਕਿ ਅਲੰਕਾਰ ਕਵੀ ਦੇ ਕਟਾਖ, ਵਿਅੰਗ ਤੇ ਅਦਾ ਕਰਨ ਦੇ ਕਥਨ ਢੰਗ ਹੀ ਹਨ। ਕਵੀ ਆਪਣੀ ਅਨੋਖੀ ਕਲਪਨਾ ਤੇ ਵਿਚਿੱਤਰ ਸ਼ੈਲੀ ਦੁਆਰਾ ਨਵੀਆਂ ਅਲੰਕਾਰਿਕ ਜੁਗਤਾਂ ਨੂੰ ਉਜਾਗਰ ਕਰਦਾ ਹੈ। ਇਹਨਾਂ ਅਲੰਕਾਰਿਕ ਜੁਗਤਾਂ ਨਾਲ ਸੁਹਿਰਦ ਪਾਠਕ ਤੇ ਸਰੋਤੇ ਨੂੰ ਕਈ ਵਾਰ ਆਨੰਦਮਈ ਝਟਕਾਰਾ ਮਿਲਦਾ ਹੈ। ਇਸ ਲਈ ਅਲੰਕਾਰ ਰਮਜ਼ਾਂ ਤੇ ਸੈਨਤਾਂ ਵਾਂਗੂ ਪ੍ਰਤੀਤ ਹੁੰਦੇ ਹਨ। ਕਵੀ ਇਹਨਾਂ ਦੀ ਕਵਿਤਾ ਵਿੱਚ ਪ੍ਰਤੱਖ ਤੌਰ ਤੇ ਕੋਈ ਵਰਣਨ ਨਹੀਂ ਕਰਦਾ। ਕਵਿਤਾ ਦੀ ਰਚਨਾ ਕਰਨ ਪਿੱਛੋਂ ਆਲੋਚਕ ਤੇ ਪਾਠਕ ਹੀ ਕਵਿਤਾਵਾਂ ਵਿੱਚੋਂ ਅਲੰਕਾਰਾਂ ਦੀ ਢੂੰਡ ਤੇ ਪਛਾਣ ਕਰਨ ਲਈ ਯਤਨਸ਼ੀਲ ਹੁੰਦੇ ਹਨ। ਅਲੰਕਾਰਾਂ ਨੂੰ 3 ਵਰਗਾਂ ਵਿੱਚ ਵੰਡਿਆ ਹੈ: ਸ਼ਬਦ ਅਲੰਕਾਰ, ਅਰਥ ਅਲੰਕਾਰ, ਸ਼ਬਦਾਰਥ ਅਲੰਕਾਰ। ਠੀਕ ਹੈ, ਪਹਿਲਾ, ਦੂਜਾ ਤੇ ਤੀਜਾ ਵਰਗ। ਠੀਕ ਹੈ। ਸ਼ਬਦਾਂ ਦੀ ਸਹਾਇਤਾ ਨਾਲ ਕਵਿਤਾ ਨੂੰ ਚਮਤਕਾਰ ਬਖਸ਼ਣਾ ਸ਼ਬਦ ਅਲੰਕਾਰਾਂ ਦੇ ਘੇਰੇ ਵਿੱਚ ਆਉਂਦਾ ਹੈ। ਜਿਹੜੇ ਸ਼ਬਦ ਜਾਂ ਸ਼ਬਦਾਂ ਦੀ ਸਹਾਇਤਾ ਨਾਲ ਜੋ ਅਲੰਕਾਰ ਪ੍ਰਤੀਤ ਹੁੰਦਾ ਹੈ, ਜੇਕਰ ਉਸ ਸ਼ਬਦ ਦਾ ਟੂਕ ਨੂੰ ਕਵਿਤਾ ਵਿੱਚੋਂ ਹਟਾ ਦਈਏ ਤਾਂ ਉਹ ਅਲੰਕਾਰ ਵੀ ਹਟ ਜਾਂਦਾ ਹੈ। ਸ਼ਬਦ ਨਿਰਭਰ ਹੋਣ ਕਰਕੇ ਉਹ ਸ਼ਬਦ ਅਲੰਕਾਰ ਹਨ। ਸ਼ਬਦ ਅਲੰਕਾਰ ਕਈ ਤਰ੍ਹਾਂ ਦੇ ਹੁੰਦੇ ਹਨ। ਜਿਹੜੇ ਅਲੰਕਾਰ ਕਵਿਤਾ ਦੇ ਅਰਥਾਂ ਉੱਤੇ ਨਿਰਭਰ ਹੁੰਦੇ ਹਨ, ਉਹਨਾਂ ਨੂੰ ਅਰਥ ਅਲੰਕਾਰ ਕਿਹਾ ਜਾਂਦਾ ਹੈ। ਅਰਥ ਅਲੰਕਾਰਾਂ ਦੀਆਂ ਵੀ ਕਈ ਸਾਰੀਆਂ ਕਿਸਮਾਂ ਹਨ। ਜਿਹੜੇ ਸ਼ਬਦ ਤੇ ਅਰਥ ਦੋਹਾਂ 'ਤੇ ਨਿਰਭਰ ਹੁੰਦੇ ਹਨ, ਉਹਨਾਂ ਨੂੰ ਸ਼ਬਦਾਰਥ ਅਲੰਕਾਰ ਕਿਹਾ ਜਾਂਦਾ ਹੈ। ਪਰ ਜ਼ਿਆਦਾ ਕਰਕੇ ਸ਼ਬਦ ਅਲੰਕਾਰ ਤੇ ਅਰਥ ਅਲੰਕਾਰ ਹੀ ਪ੍ਰਸਿੱਧ ਹਨ। ਹੁਣ ਅਸੀਂ ਮੁੱਖ ਅਲੰਕਾਰਾਂ ਦੀਆਂ ਪਰਿਭਾਸ਼ਾਵਾਂ, ਲੱਛਣ ਅਤੇ ਉਦਾਹਰਨਾਂ ਦੇ ਕੇ ਉਹਨਾਂ ਨੂੰ ਖੋਲ੍ਹ ਕੇ ਸਮਝਾਉਣ ਦਾ ਯਤਨ ਕਰਦੇ ਹਾਂ। ਸਭ ਤੋਂ ਪਹਿਲਾਂ ਆ ਗਿਆ ਅਨੁਪ੍ਰਾਸ ਅਲੰਕਾਰ। ਠੀਕ ਹੈ ਬੱਚੋ, ਹੁਣ ਇਹਦੀਆਂ ਕਿਸਮਾਂ ਆ ਗਈਆਂ ਅਲੰਕਾਰਾਂ ਦੀਆਂ। ਠੀਕ ਹੈ। ਜਦ ਕਵਿਤਾ ਵਿੱਚ ਇੱਕੋ ਜਿਹੇ ਸਮਾਨ ਵਰਨਾਂ, ਅੱਖਰਾਂ ਜਾਂ ਸ਼ਬਦਾਂ ਦਾ ਵਾਰ-ਵਾਰ ਦੁਹਰਾਓ ਇਸ ਤਰ੍ਹਾਂ ਹੋਵੇ ਕਿ ਉਸ ਵਿੱਚ ਸੰਗੀਤਕ ਲੈਅ, ਵਜ਼ਨ ਤੇ ਤੋਲ ਪੈਦਾ ਹੋਵੇ, ਉਸ ਨੂੰ ਅਨੁਪ੍ਰਾਸ ਅਲੰਕਾਰ ਕਿਹਾ ਜਾਂਦਾ ਹੈ। ਵਿਆਖਿਆ ਕਰਦੇ ਹਾਂ। ਅਨੁਪ੍ਰਾਸ ਦਾ ਅਰਥ ਹੈ ਕਈ ਵਾਰ, ਵਾਰ-ਵਾਰ ਦੁਹਰਾਓ। ਠੀਕ ਹੈ। ਆਪਾਂ ਕਹਿੰਦੇ ਪ੍ਰਯਾਸ ਕਰਨਾ ਕਿਸੇ ਚੀਜ਼ ਦਾ ਦੁਬਾਰਾ। ਠੀਕ ਹੈ। ਇਹ ਦੁਹਰਾਓ ਜਾਂ ਵਾਰ-ਵਾਰ ਵਰਤੋਂ ਅੱਖਰਾਂ ਦੀ। ਠੀਕ ਹੈ ਬੱਚੋ, ਜਦੋਂ ਅੱਖਰਾਂ ਦੀ ਵਾਰ-ਵਾਰ ਵਰਤੋਂ ਆਵੇ ਨਾ ਤਾਂ ਉਹਨੂੰ ਅਨੁਪ੍ਰਾਸ ਕਹਿ ਦਿੱਤਾ ਜਾਂਦਾ ਤੇ ਉਹ ਅਲੱਗ ਹੀ ਲੈਅ ਜੀ ਪੈਦਾ ਕਰਦੇ ਨੇ। ਅੱਖਰ ਉਹੀ ਹੁੰਦੇ ਨੇ, ਜਦੋਂ ਵਾਰ-ਵਾਰ ਆਈ ਜਾਣ ਉਹ ਸ਼ਬਦ, ਠੀਕ ਹੈ, ਤੇ ਅੱਖਰ ਆਈ ਜਾਣ ਤਾਂ ਉਹ ਵਾਰੀ-ਵਾਰੀ ਜੋ ਅੱਖਰ ਆਉਂਦੇ ਨੇ, ਸ਼ਬਦ ਆਉਂਦੇ ਨੇ, ਤਾਂ ਕੀ ਹੁੰਦਾ ਬੱਚੋ, ਇੱਕ ਲੈਅ ਜੀ ਪੈਦਾ ਹੁੰਦੀ ਹੈ। ਉਹ ਅਨੁਪ੍ਰਾਸ ਅਲੰਕਾਰ ਹੁੰਦਾ ਹੈ। ਠੀਕ ਹੈ ਨਾ।
शर्त यह है कि इक्को तुक का पंक्ति या का बंद विच होवे, पर यही शब्द है भी होवे, ठीक है। फिर रूप स्वरूप अनूप दिसे, फिर जिंद दीवानी झली झली, फिर होश बेहोश मदहोश होई, फिर पत्त रुलेंदी गली गली। देखो फिर ਉਹੀ चीज़ां आईयां ने, पर ਇਹਦੇ ਨਾਲ किन्नी लय बन गई, ठीक है। मोहन सिंह जी द्वारा लिखिया गया इसनूं आवाज़ां दे विच। इस विच रूप स्वरूप अनूप विच आए उप अखर 3 वार दोहराए गए हैं। इत्थे होश बेहोश मदहोश विच होश शब्दांश 3 वार वरतिया गया है, ठीक है ना। इस दोहराव नाल एक संगीतक लय पैदा होंदी है। ये अनुप्रास अलंकार की उदाहरण है। अनुप्रास एक शब्द अलंकार है जो शब्दां के प्रयोग ते निर्भर है। जेकर उपरोक्त उदाहरण विच रूप की थां शक्ल वरत लईए अते स्वरूप की थां सुंदर रख लईए तां अनुप्रास अलंकार नहीं बनेगा। इसलिए खास शब्दां की वरतों करके अनुप्रास अलंकार प्रगट होंदा है। इस करके अनुप्रास एक शब्द अलंकार है ते अनुप्रास अलंकार दे 6 भेद हैं बच्चों, ठीक है ना। किहड़े किहड़े ने? छेक अनुप्रास, वृत्ति अनुप्रास, श्रुति अनुप्रास, लाट अनुप्रास ते अंत अनुप्रास, ठीक है ना। अनुप्रास अलंकार दे कुछ होर उदाहरण हैं, जिमें भौ भगत, भौ भेल, साध सरेया, नित नित नवल नवेल, गुरमुख पेसिया, ठीक है। देखो ये भी बार बार अखर आ रहे हैं, ठीक है, शब्द आ रहे हैं। पागल खाना शोर बुन रहा, जन जंगाल विरलाप कर रहा, कुरबल कुरबल कोट करोड़ा, किरम अपना कर्म कर रहे, ठीक है। सुरजीत पात्र जी ने लिखा इसनूं साज विच, ठीक है। इस जरखेज जमीन दे लो लो फुटिया जहर, गिठ गिठ चढ़ियाँ लालियाँ, फुट फुट चढ़िया कहर, विहो विलिसी वाह फिर, वन वन वगी जा, ओने हारी कवास दी पंजली दित्ती नाग बना। अमृता प्रीतम जी ने लिखा। देखो फिर इस विच वार वार की आ रहा है, ठीक है। चलो फिर अगे पढ़िए आपां उपमा अलंकार, ठीक है। व्याख्या देखिए आपां। अलंकारां विचों उपमा अलंकार सब तो मशहूर अलंकार है। पंजाबी विच उपमा का अर्थ है किसी की उपमा वडियाई। तुसीं पढ़िया सी ना समानार्थक शब्दां 'च उपमा करनी, वडियाई करनी, ठीक है ना, जिसका अर्थ है जस कीर्ति वडियाई प्रशंसा आदि, ठीक है। पर अलंकारां दे प्रसंग विच उपमा तो यह आम अर्थ नहीं लिया जाता, सगों इत्थे उपमा एक अलंकार का नाम है। असी कविता ते कविता तो बाहर भी आम गलबात विच बहुत वार उपमा अलंकार वाले वाक जां तुकां बोलते रहंदे हाँ, पर आपां नूं पता नहीं लगता कि उपमा वाले ने। हुण पता लगेगा बच्चों, ठीक है। साडी बोली विच ये वाक तां आम ही सुनिया जाता है, उसका मुखड़ा चंद वर्गा सोहना है। यह उपमा अलंकार है। इस विच 4 तत्त हैं, मुखड़ा, चंद, सोहना, वर्गा, ठीक है ना। जिथे ये 4 तत्त इकट्ठे किसी काव टोटे विच होणगे उत्थे उपमा अलंकार हुंदा है। विद्वानां ने इन्हां 4 तत्तां दे यह नां रखे हैं। उपमेय जिवें मुखड़ा वो चीज़ जिस की उपमा की जाए जां जिस खातर किसी होर वस्तु नाल तुलना की जाए, ठीक है ना। फिर अगे आ गया उपमान, जिवें चंद वो वस्तु जिस नाल उपमा दिखाई जाए, ठीक है ना। सांझा गुण किवें आ? जिवें सोहना वो गुण जो दोहां विच इक्को जिहा सांझा होवे। वाचक देखिए आपां, जिवें वर्गा, वांगू, तरह, ज्यों वो शब्द है जो इस उपमा या तुलना नूं प्रगट करे। अगे आ गया बच्चों परिभाषा, जिथे उपमाउण योग वस्तु उपमेय दी किसी होर मिलदी जुलदी वस्तु नाल सांझे गुणां दी समानता दसी जावे उत्थे उपमा अलंकार हुंदा है। उदाहरण, नी अज कोई आया साडे वेड़े, तक्कण चन सूरज टुक टुक नेड़े, ठीक है ना। लस्से नी ओदा मत्था तारिया वांगू, आया नी खोरे अंबर घुम घुम खेड़े। मोहन सिंह कोई आया साडे वेड़े विचों लिया गया, ठीक है। इत्थे लस्से नी ओदा मत्था तारिया वांगू, इस तुक विच उपमा अलंकार की योजना हुई है। कवि किसी अणकहे नायक की आमद उत्ते इन्ना खुश हुंदा है कि वह तिखे जज्बिਆਂ ਦੇ ਵਹਿਣ ਵਿੱਚ ਵਹਿ ਕੇ ਆਪ ਤੇ ਨਾਇਕ ਦੀ ਸੁੰਦਰਤਾ ਦਾ ਅਲੰਕਾਰਿਕ ਸ਼ੈਲੀ ਵਿੱਚ ਬਿਆਨ ਕਰਨ ਲੱਗ ਪੈਂਦਾ ਹੈ। ਇਸ ਯਤਨ ਵਿੱਚ ਕਵੀ ਉਸਦੇ ਮੱਥੇ ਨੂੰ ਤਾਰਿਆਂ ਨਾਲ ਉਪਮਾਉਂਦਾ ਹੈ
ਇੱਥੇ ਉਪਮਾ ਦੇ 4 ਤੱਤ ਮਿਲਦੇ ਹਨ। ਮੱਥਾ ਉਪਮੇय ਹੈ, ਅਰਥਾਤ ਕਵੀ ਦੁਆਰਾ ਵਰਣਨ ਗੋਚਰਾ ਵਿਸ਼ਾ ਮੱਥਾ ਹੈ। ਤਾਰੇ ਉਪਮਾਨ ਹੈ, ਜਿਨ੍ਹਾਂ ਨਾਲ ਮੱਥੇ ਦੀ ਤੁਲਨਾ ਕੀਤੀ ਗਈ ਹੈ। ਲਸਣਾ ਦੋਹਾਂ ਦਾ ਸਾਂਝਾ ਗੁਣ ਹੈ ਅਤੇ ਵਾਂਗੂ ਵਾਚਕ ਹੈ। ਠੀਕ ਹੈ ਨਾ। ਅੱਗੇ ਹੋਰ ਉਦਾਹਰਨਾਂ ਦੇਖਦੇ ਹਾਂ ਬੱਚੋ। ਇੱਥੇ ਕਿਉਂ ਬਸ ਕਰੀਏ ਆਪਾਂ। ਠੀਕ ਹੈ ਪੁੱਤਰ। ਚਾਂਦੀ ਵਰਗਾ ਰੰਗ ਹੈ ਗੋਰਾ, ਸੋਨੇ ਵਰਗੇ ਵਾਲ ਸੁਨਹਿਰੀ। ਠੀਕ ਹੈ। ਸਾਧੂ ਸਿੰਘ ਹਮਦਰਦ ਜੀ ਦੁਆਰਾ ਲਿਖਿਆ ਗਿਆ। ਮਾਇਆ ਰੰਗ ਬਿਰੰਗ ਖਿਨੇ ਮੈਂ, ਜਿਉਂ ਬਾਂਦਰ ਕੀ ਛਾਇਆ। ਠੀਕ ਹੈ। ਚਮਕਿਆ ਸੋਨ ਪੱਤਰੀਆਂ ਵਾਂਗ, ਰੰਗ ਸ਼ਰੀ ਦੀਆਂ ਫਲੀਆਂ ਦਾ, ਚੋਗਾ ਭਾਲਣ ਪੰਛੀ ਨਿਕਲੇ, ਖੰਭ ਚਮਕਣ ਕਿਉਂ ਜ਼ਰੀਆ ਨੇ। ਠੀਕ ਹੈ। ਅਤੇ ਫਿਰ ਉਸ ਤੋਂ ਬਾਅਦ ਦੇਖਦੇ ਆਪਾਂ। ਸਿੰਘਾਂ ਵਾਂਗੂ ਗੱਜਣ ਸਭੇ ਸੂਰਮੇ, ਤਣ ਤਣ ਕੈਬਰ ਛੱਡਣ ਦੁਰਗਾ ਸਾਹਮਣੇ। ਠੀਕ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਚੰਡੀ ਦੀ ਵਾਰ 'ਚ ਲਿਖਿਆ ਬੱਚੋ। ਅਤੇ ਅੱਗੇ ਆ ਗਿਆ ਰੂਪਕ ਅਲੰਕਾਰ। ਵਿਆਖਿਆ ਦੇਖੀਏ ਆਪਾਂ। ਰੂਪਕ ਅਲੰਕਾਰ ਉਪਮਾ ਅਲੰਕਾਰ ਦੇ ਨਾਲ ਮਿਲਦਾ ਜੁਲਦਾ ਹੈ। ਰੂਪਕ ਇੱਕ ਤਰ੍ਹਾਂ ਨਾਲ ਉਪਮਾ ਦਾ ਸੰਖੇਪ ਰੂਪ ਹੈ। ਉਪਮਾ ਅਲੰਕਾਰ ਵਿੱਚ ਆਮ ਤੌਰ 'ਤੇ 4 ਤੱਤ ਰਹਿੰਦੇ ਹਨ, ਪਰ ਰੂਪਕ ਅਲੰਕਾਰ ਵਿੱਚ 3 ਤੱਤ ਹਾਜ਼ਰ ਹੁੰਦੇ ਹਨ। ਵਾਚਕ ਸ਼ਬਦ ਵਾਲਾ ਤੱਤ ਲੋਪ ਰਹਿੰਦਾ ਹੈ। ਰੂਪਕ ਅਲੰਕਾਰ ਵਿੱਚ 2 ਚੀਜ਼ਾਂ ਦੀ ਤੁਲਨਾ ਕਰਕੇ ਦੋਹਾਂ ਵਿੱਚ ਇੱਕ ਸਾਂਝਾ ਗੁਣ ਇਸ ਤਰ੍ਹਾਂ ਦੱਸਿਆ ਜਾਂਦਾ ਹੈ ਕਿ ਉਹਨਾਂ ਦੋਹਾਂ ਚੀਜ਼ਾਂ ਵਿੱਚ ਫਰਕ ਮਿਟ ਜਾਂਦਾ ਹੈ ਅਤੇ ਦੋਹਾਂ ਵਿੱਚ ਇੱਕ ਮਿਕਤਾ ਅਤੇ ਇਕਰੂਪਤਾ ਪੈਦਾ ਹੋ ਜਾਂਦੀ ਹੈ। ਪਰਿਭਾਸ਼ਾ। ਜਿੱਥੇ ਉਪਮੇय ਅਤੇ ਉਪਮਾਨ ਵਿੱਚ ਇਕਰੂਪਤਾ ਅਤੇ ਅਭੇਦਤਾ ਵਰਣਨ ਕੀਤੀ ਜਾਂਦੀ ਹੈ, ਉੱਥੇ ਰੂਪਕ ਅਲੰਕਾਰ ਹੁੰਦਾ ਹੈ। ਉਪਮੇय ਕੀ ਹੈ ਅਤੇ ਉਪਮਾਨ ਕੀ ਹੈ, ਇਸ ਦੀ ਵਿਆਖਿਆ ਅਸੀਂ ਪਿਛਲੇ ਪੰਨੇ 'ਤੇ ਕਰ ਆਏ ਹਾਂ। ਕਵਿਤਾ ਵਿੱਚ ਜਿਸ ਵਸਤੂ ਦਾ ਵਰਣਨ ਕੀਤਾ ਗਿਆ ਹੈ ਨਾ, ਕੀਤਾ ਜਾ ਰਿਹਾ ਹੈ, ਉਸ ਨੂੰ ਉਪਮੇय ਕਿਹਾ ਜਾਂਦਾ ਹੈ। ਠੀਕ ਹੈ ਬੱਚੋ। ਅਤੇ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਉਪਮੇय ਵਸਤੂ ਨਾਲ। ਠੀਕ ਹੈ ਨਾ। ਅਤੇ ਹੁਣ ਆਪਾਂ ਦੇਖਦੇ ਹਾਂ ਵੀ ਇਹਦੇ ਵਿੱਚ ਕੀ ਹੈ। ਇਸ ਤਰ੍ਹਾਂ 2 ਵਸਤੂਆਂ ਕਵੀ ਨੂੰ ਇੱਕ ਤਰ੍ਹਾਂ ਇਸ ਤਰ੍ਹਾਂ ਅਭੇਦ ਅਤੇ ਇਕਰੂਪ ਕਰ ਦਿੰਦਾ ਹੈ ਕਿ ਉਹਨਾਂ ਦੋਹਾਂ ਵਿੱਚ ਕੋਈ ਵੱਖਰਤਾ ਨਹੀਂ ਰਹਿੰਦੀ। ਇਹੋ ਰੂਪਕ ਅਲੰਕਾਰ ਹੈ। ਠੀਕ ਹੈ ਨਾ। ਅਤੇ ਆਪਾਂ ਦੇਖਿਆ ਵੀ ਕਵਿਤਾ ਵਿੱਚ ਜਿਸ ਵਸਤੂ ਦਾ ਵਰਣਨ ਕੀਤਾ ਜਾ ਰਿਹਾ ਹੈ, ਉਸ ਨੂੰ ਉਪਮੇय ਕਿਹਾ ਜਾਂਦਾ ਹੈ ਅਤੇ ਉਪਮੇय ਵਸਤੂ ਨਾਲ ਜਿਸ ਹੋਰ ਵਸਤੂ ਨੂੰ ਮੇਚਿਆ ਜਾਂਦਾ ਹੈ, ਉਹ ਉਪਮਾਨ ਹੈ। ਆਪਾਂ ਪਹਿਲਾਂ ਪੜ੍ਹ ਕੇ ਆਏ ਇਸ ਨੂੰ। ਇਸ ਤਰ੍ਹਾਂ 2 ਵਸਤੂਆਂ ਨੂੰ ਕਵੀ ਇਸ ਤਰ੍ਹਾਂ ਅਭੇਦ ਅਤੇ ਇਕਮਿਕ ਕਰਦਾ ਹੈ ਕਿ ਦੋਹਾਂ ਵਿੱਚ ਕੋਈ ਵੱਖਰਤਾ ਨਹੀਂ ਰਹਿੰਦੀ। ਉਦਾਹਰਨ ਵਜੋਂ, ਬਿਰਹੋਂ ਦਾ ਇੱਕ ਖਰਲ ਬਲੌਰੀ, ਜਿੰਦੜੀ ਦਾ ਅਸਾਂ ਸੁਰਮਾ ਪੀਠਾ, ਰੋਜ਼ ਰਾਤ ਨੂੰ ਅੰਬਰ ਆ ਕੇ ਮੰਗਦਾ ਇੱਕ ਸਲਾਈ ਵੇ। ਠੀਕ ਹੈ। ਅਤੇ ਅੰਮ੍ਰਿਤਾ ਪ੍ਰੀਤਮ ਜੀ ਨੇ ਲਿਖਿਆ ਇਸ ਨੂੰ। ਇਸ ਬੰਦ ਵਿੱਚ ਬਿਰਹੋਂ ਅਤੇ ਖਰਲ ਵਿੱਚ ਅਤੇ ਜਿੰਦੜੀ ਦੇ ਸੁਰਮੇ ਵਿੱਚ ਕੋਈ ਵੱਖਰਤਾ ਨਹੀਂ ਰਹਿਣ ਦਿੱਤੀ ਗਈ, ਸਗੋਂ ਇਕਰੂਪਤਾ ਅਤੇ ਅਭੇਦਤਾ ਸਥਾਪਿਤ ਕੀਤੀ ਗਈ ਹੈ। ਠੀਕ ਹੈ ਨਾ। ਬਿਰਹੋਂ ਵੀ ਰਗੜਦਾ ਹੈ ਅਤੇ ਖਰਲ ਵੀ ਰਗੜਨ ਦਾ ਸਾਧਨ ਹੈ। ਦੋਵੇਂ ਇੱਕੋ ਜਿਹਾ ਕੰਮ ਕਰਦੇ ਹਨ। ਇਸੇ ਤਰ੍ਹਾਂ ਜਿੰਦੜੀ ਨੂੰ ਵੀ ਬਿਰਹੋਂ ਨਾਲ ਰਗੜਿਆ ਜਾ ਰਿਹਾ ਹੈ ਅਤੇ ਸੁਰਮੇ ਵਿੱਚ ਇੱਕੋ ਜਿਹੀ ਹਾਲਤ ਦੱਸੀ ਗਈ ਹੈ। ਬਿਰਹੋਂ ਅਤੇ ਖਰਲ ਵਿੱਚ ਅਤੇ ਜਿੰਦੜੀ ਦੇ ਸੁਰਮੇ ਵਿੱਚ ਕਵੀ ਨੇ ਕੋਈ ਵੱਖਰਤਾ ਨਹੀਂ ਰਹਿਣ ਦਿੱਤੀ। ਦੋਹਾਂ ਵਿੱਚ ਇਕਰੂਪਤਾ ਹੈ, ਅਭੇਦਤਾ ਹੈ। ਇਸ ਲਈ ਬਿਰਹੋਂ ਨੂੰ ਖਰਲ ਬਣਾ ਦਿੱਤਾ ਹੈ ਅਤੇ ਇਸ ਤਰ੍ਹਾਂ ਜਿੰਦੜੀ ਨੂੰ ਸੁਰਮਾ ਬਣਾ ਦਿੱਤਾ ਹੈ। ਇਉਂ ਬਿਰਹੋਂ ਨੂੰ ਖਰਲ ਦਾ ਰੂਪ ਦੇਣ ਕਰਕੇ ਇਹ ਰੂਪਕ ਅਲੰਕਾਰ ਦਾ ਉਦਾਹਰਨ ਹੈ। ਠੀਕ ਹੈ ਨਾ। ਉਦਾਹਰਨ ਦਿੰਦੇ ਹਾਂ। ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹੱਤ, ਦਿਵਸ ਰਾਤ ਦੁਇ ਦਾਈ ਦਾਇਆ, ਖੇਲੇ ਸਗਲ ਜਗਤ। ਠੀਕ ਹੈ। ਅਤੇ ਫਿਰ ਚੰਡੀ ਦੀ ਵਾਰ ਦੇਖਦੇ ਹਾਂ ਬੱਚੋ ਆਪਾਂ। ਉਖਲੀਆਂ ਨਾਸਾਂ ਜਿਨ੍ਹਾਂ ਮੂੰਹ ਜਾਪਣ ਆਲੇ, ਧਾਏ ਦੇਵੀ ਸਾਹਮਣੇ ਵੀਰ ਮੁਛਿਆਲੇ, ਚਿੱਟੇ ਚਾਨਣ ਦਾ ਦੁੱਧ ਡੁੱਲਿਆ ਅਤੇ ਮਟਕੀ ਭੱਜੀ ਹਨੇਰੇ ਦੀ, ਛੱਡ ਰਾਤਾਂ ਦੀਆਂ ਹਕਾਇਤਾਂ ਨੂੰ, ਕੋਈ ਗੱਲ ਕਰ ਨਵੇਂ ਸਵੇਰੇ ਦੀ। ਠੀਕ ਹੈ ਬੱਚੋ। ਕਿੰਨਾ ਸੋਹਣਾ ਲਿਖਿਆ ਦੇਖੋ। ਫਿਰ ਉਸ ਤੋਂ ਬਾਅਦ ਆ ਗਿਆ ਦ੍ਰਿਸ਼ਟਾਂਤ ਅਲੰਕਾਰ। ਠੀਕ ਹੈ। ਦ੍ਰਿਸ਼ਟਾਂਤ ਅਲੰਕਾਰ ਕੀ ਹੁੰਦਾ ਬੱਚੋ? ਆਪਾਂ ਕਹਿੰਦੇ ਮਿਸਾਲ, ਨਮੂਨਾ, ਆਪਾਂ ਕਹਿੰਦੇ ਵੀ ਉਦਾਹਰਨ ਵਜੋਂ, ਹੈ ਨਾ, ਉਹ ਹੁੰਦਾ ਹੈ। ਠੀਕ ਹੈ ਨਾ। ਸ਼ਬਦਾਂ ਦੇ ਵਿੱਚ ਕਈ ਵਾਰ ਉੱਥੇ ਦਿੱਤੇ ਹੁੰਦੇ ਨੇ ਆਪਣੇ, ਹੈ ਨਾ। ਕਵੀ ਆਪਣੀ ਕਵਿਤਾ ਵਿੱਚ ਜਿਸ ਕਿਸੇ ਵਿਸ਼ੇ ਦਾ ਵਰਣਨ ਕਰ ਰਿਹਾ ਹੁੰਦਾ ਹੈ, ਉਸ ਨੂੰ ਸਮਝਾਉਣ ਲਈ ਉਹ ਆਮ ਜੀਵਨ ਅਤੇ ਪ੍ਰਕਿਰਤੀ ਦੇ ਵਿੱਚੋਂ ਕੋਈ ਮਿਸਾਲ ਉਦਾਹਰਨ ਚੁਣ ਕੇ ਬਰਾਬਰ ਰੱਖ ਦਿੰਦਾ ਹੈ, ਜਿਸ ਵਿੱਚ ਵਰਣਨ ਕੀਤੇ ਜਾ ਰਹੇ
ਵਿਸ਼ੇ ਵਿੱਚ ਸਾਂਝੇ ਗੁਣ ਜਾਂ ਹੋਰ ਸਮਾਨਤਾਵਾਂ ਪ੍ਰਾਪਤ ਹੁੰਦੀਆਂ ਹਨ। ਆਪਣੀ ਵਿਸ਼ੇ ਵਸਤੂ ਦੀ ਸਪਸ਼ਟਤਾ ਜਾਂ ਪੁਸ਼ਟੀ ਲਈ ਉਸ ਜਿਹੀ ਕੋਈ ਹੋਰ ਲੋਕਪ੍ਰਿਯ ਮਿਸਾਲ ਪੇਸ਼ ਕਰਨਾ ਦ੍ਰਿਸ਼ਟਾਂਤ ਅਲੰਕਾਰ ਦੀ ਯੋਜਨਾ ਲਈ ਜ਼ਰੂਰੀ ਹੈ। ਦ੍ਰਿਸ਼ਟਾਂਤ ਅਲੰਕਾਰ ਅੰਦਰ ਪਹਿਲਾਂ ਇੱਕ ਗੱਲ ਕਹਿ ਕੇ ਫਿਰ ਦੂਜੀ ਗੱਲ ਉਸ ਦੇ ਉਦਾਹਰਨ ਦੇ ਰੂਪ ਵਿੱਚ ਆਖੀ ਜਾਂਦੀ ਹੈ। ਦੋਹਾਂ ਦਾ ਮੰਤਵ ਇੱਕੋ ਨਿਕਲਦਾ ਹੈ। ਵਿਦਵਾਨਾਂ ਨੇ ਇਸ ਗੱਲ ਵਾਸਤੇ ਦੋ ਸ਼ਬਦ ਕੱਢੇ ਹਨ, ਬਿੰਬ ਅਤੇ ਪ੍ਰਤੀਬਿੰਬ। ਠੀਕ ਹੈ, ਅਤੇ ਵਿਸ਼ੇ ਵਸਤੂ ਜਿਹੜਾ ਹੈਗਾ ਉਹ ਬਿੰਬ ਹੈ ਅਤੇ ਬਾਹਰੋਂ ਜੋ ਪੇਸ਼ ਕੀਤਾ ਜਾਂਦਾ ਹੈ ਬੱਚਿਓ ਉਹ ਕੀ ਹੁੰਦਾ, ਪ੍ਰਤੀਬਿੰਬ। ਠੀਕ ਹੈ, ਅਤੇ ਅਗਲੀ ਤੁਕ ਵਿੱਚ ਪ੍ਰਤੀਬਿੰਬ ਹੁੰਦਾ ਹੈ। ਪ੍ਰਤੀਬਿੰਬ ਦਾ ਅਰਥ ਹੁੰਦਾ ਹੈ ਪਰਛਾਵਾਂ। ਦੋਹਾਂ ਵਸਤੂਆਂ ਵਿੱਚ ਸਾਂਝੇ ਗੁਣ ਜਾਂ ਭਾਵ ਝਲਕਣੇ ਚਾਹੀਦੇ ਹਨ। ਦ੍ਰਿਸ਼ਟਾਂਤ ਅਲੰਕਾਰ ਦਾ ਆਧਾਰ ਵੀ ਕੋਈ ਸਾਂਝ, ਸਮਾਨਤਾ ਜਾਂ ਬਰਾਬਰੀ ਦਾ ਭਾਵ ਹੈ। ਪਰਿਭਾਸ਼ਾ ਦਿੰਦੇ ਆਪਾਂ, ਕਿਸੇ ਪ੍ਰਸੰਗ ਜਾਂ ਵਸਤੂ ਦਾ ਪੂਰਾ ਗਿਆਨ ਕਰਾਉਣ ਲਈ ਕਿਸੇ ਸਮਾਨ ਗੁਣ ਵਾਲੀ ਵਸਤੂ ਦਾ ਉਦਾਹਰਨ ਦੇਣਾ ਦ੍ਰਿਸ਼ਟਾਂਤ ਹੈ, ਜਾਂ ਜਿੱਥੇ ਉਪਮੇਯ ਵਾਕ ਅਤੇ ਉਪਮਾਨ ਵਾਕ ਆਪੋ ਵਿੱਚ ਬਿੰਬ ਪ੍ਰਤੀਬਿੰਬ ਭਾਵ ਨਾਲ ਸੰਬੰਧਿਤ ਹੋਣ, ਉੱਥੇ ਦ੍ਰਿਸ਼ਟਾਂਤ ਅਲੰਕਾਰ ਹੁੰਦਾ ਹੈ। ਬੱਚੋ ਉਪਮੇਯ ਅਤੇ ਉਪਮਾਨ ਆਪਾਂ ਪੜ੍ਹ ਕੇ ਆਏ ਹਾਂ। ਠੀਕ ਹੈ, ਦੇਖੋ ਫਿਰ ਕੀ ਹੁੰਦੇ ਨੇ ਉਹ। ਉਦਾਹਰਨ ਦਿੰਦੇ ਆਪਾਂ, ਕਬੀਰ ਮਾਨੁਖ ਜਨਮ ਦੁਲੰਭ ਹੈ, ਹੋਤ ਨਾ ਬਾਰੰਬਾਰ। ਠੀਕ ਹੈ, ਅਤੇ ਕਿੰਨਾ ਸੋਹਣਾ ਲਿਖਿਆ ਅੱਗੇ ਆ ਗਿਆ, ਜਿਉ ਬਨ ਫਲ ਪਾਕੇ ਭੂਈ ਗਿਰਹਿ, ਬਹੁਰ ਨਾ ਲਾਗੇ ਡਾਰ। ਠੀਕ ਹੈ, ਕਬੀਰ ਬਾਣੀ ਦੇ ਸ਼ਲੋਕ ਵਿੱਚ ਪ੍ਰਸੰਗ ਇਹ ਹੈ ਕਿ ਮਨੁੱਖਾ ਜਨਮ ਦੁਰਲੱਭ ਹੈ, ਬੜਾ ਔਖਾ ਮਿਲਦਾ ਹੈ, ਇਹ ਜਨਮ ਵਾਰ-ਵਾਰ ਨਹੀਂ ਲੱਭਦਾ। ਇਸ ਪ੍ਰਸੰਗ ਵਾਲੇ ਵਿਸ਼ੇ ਵਸਤੂ ਨੂੰ ਸਪਸ਼ਟ ਕਰਨ ਲਈ ਕਬੀਰ ਜੀ ਇੱਕ ਦੁਨਿਆਵੀ ਮਿਸਾਲ ਪੇਸ਼ ਕਰਦੇ ਹਨ ਕਿ ਜਿਵੇਂ ਜੰਗਲੀ ਰੁੱਖਾਂ 'ਤੇ ਲੱਗੇ ਹੋਏ ਫਲ ਪੱਕ ਕੇ ਭੁੰਜੇ ਡਿੱਗ ਪੈਂਦੇ ਹਨ ਅਤੇ ਕਿਸੇ ਵੀ ਸੂਰਤ ਵਿੱਚ ਫਿਰ ਮੁੜ ਕੇ ਰੁੱਖ ਨਾਲ ਨਹੀਂ ਲੱਗਦੇ। ਜੰਗਲੀ ਫਲਾਂ ਦੇ ਦ੍ਰਿਸ਼ਟਾਂਤ ਨਾਲ ਕਬੀਰ ਜੀ ਨੇ ਮਨੁੱਖੀ ਜਨਮ ਦੀ ਦੁਰਲੱਭਤਾ ਦਾ ਜ਼ਿਕਰ ਕੀਤਾ ਹੈ। ਸੋ ਮਨੁੱਖੀ ਜਨਮ ਬਿੰਬ ਹੈ, ਜਿਸ ਦਾ ਪ੍ਰਤੀਬਿੰਬ ਪਰਛਾਵਾਂ ਜੰਗਲੀ ਫਲ ਹੈ। ਇੱਕ ਬਿੰਬ ਅਤੇ ਦੂਜਾ ਪ੍ਰਤੀਬਿੰਬ ਹੈ। ਇਹਨਾਂ ਦੋਹਾਂ ਵਿੱਚ ਸੁਭਾਵਿਕ ਗੁਣਾਂ ਦੀ ਸਾਂਝ ਹੋਣ ਕਰਕੇ ਇੱਥੇ ਬਿੰਬ ਪ੍ਰਤੀਬਿੰਬ ਭਾਵ ਦੀ ਹੋਂਦ ਹੈ। ਇਸ ਲਈ ਇਹ ਦ੍ਰਿਸ਼ਟਾਂਤ ਅਲੰਕਾਰ ਦੀ ਉਦਾਹਰਨ ਹੈ। ਹੋਰ ਦੇਖਦੇ ਆਪਾਂ, ਕੰਮ ਕਰਦਿਆਂ ਕਰਦਿਆਂ ਭੁੱਸ ਪੈਂਦਾ, ਮੂਰਖ ਆਦਮੀ ਹੁੰਦੇ ਸੁਜਾਨ ਵੇਖੇ, ਕੱਸ ਕੱਸ ਕੇ ਸੈਲ ਦੀ ਹਿੱਕੜੀ 'ਤੇ ਰੱਸੀ ਨਾਲ ਵੀ ਹੁੰਦੇ ਨਿਸ਼ਾਨ ਵੇਖੇ। ਠੀਕ ਹੈ ਨਾ, ਸਤਿਗੁਰੂ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ, ਜਿਉ ਕਰ ਸੂਰਜ ਨਿਕਲਿਆ, ਤਾਰੇ ਛਪੇ ਅੰਧੇਰ ਭੁਲਵਾ। ਭਾਈ ਗੁਰਦਾਸ ਜੀ ਨੇ ਲਿਖਿਆ ਕਿ ਜਪਜੀ ਸਾਹਿਬ ਦੇ ਵਿੱਚ ਦੇਖਦੇ ਹਾਂ ਆਪਾਂ, ਮੂਤ ਪਲੀਤੀ ਕੱਪੜ ਹੋਏ, ਦੇ ਸਾਬਣ ਲਈ ਉਹ ਧੋਏ, ਭਰੀਏ ਮਤ ਪਾਪਾਂ ਕੇ ਸੰਗ, ਉਹ ਧੋਵੈ ਨਾਵੇਂ ਕੇ ਰੰਗ। ਠੀਕ ਹੈ ਨਾ, ਅੱਗੇ ਆ ਗਿਆ, ਰੇਮਨ ਐਸੀ ਹਰਸਿਓ ਪ੍ਰੀਤ ਕਰ, ਜੈਸੀ ਮਛਲੀ ਨੀਰ, ਬਿਨ ਜਲ ਘੜੀ ਨਾ ਜੀਵੀ, ਪ੍ਰਭ ਜਾਪੇ ਅਭਿਪੀਰ। ਠੀਕ ਹੈ, ਅਤ ਕਥਨੀ ਅਲੰਕਾਰ ਦੇਖਦੇ ਹਾਂ। ਵਿਆਖਿਆ, ਅਤ ਕਥਨੀ ਇੱਕ ਅਰਥ ਅਲੰਕਾਰ ਹੈ। ਆਪਾਂ ਨਹੀਂ ਕਹਿੰਦੇ ਵੀ ਅਤ ਕਥਨੀ ਮਤਲਬ ਜਿਹਦੇ ਵੱਧ ਕਥਨ ਹੋਣ, ਹੈ ਨਾ। ਇਸ ਸ਼ਬਦ ਦੇ ਅਤ ਅਤੇ ਕਥਨੀ ਦੋ ਹਿੱਸੇ ਹਨ। ਇਹਨਾਂ ਅਰਥਾਂ ਦਾ ਜਿਹੜੇ ਸਪਸ਼ਟਤਾ ਕਰਦੇ ਆ ਬੱਚਿਓ, ਅਰਥਾਤ ਅਤਿਅੰਤ ਵਧਾ ਚੜਾ ਕੇ ਅਤ ਕਥਨੀ ਗੱਲ ਵੀ ਬਹੁਤ ਹੀ ਵਧਾ ਚੜਾ ਕੇ ਗੱਲ ਕਰਨੀ। ਠੀਕ ਹੈ ਨਾ, ਅਤੇ ਆਪਾਂ ਕਹਿੰਦੇ ਵੀ ਬੇਹਿਸਾਬਾ ਵਧਾਉਣਾ ਗੱਲ। ਠੀਕ ਹੈ, ਕੋਲੋਂ ਮਸਾਲਾ ਲਾ ਲਾ ਕੇ ਗੱਲ ਕਰਨੀ। ਅਤੇ ਕਵੀ ਕਹਿੰਦਾ ਹੈ ਕਿ ਆਪਣੀ ਕਾਵ ਕਿਰਤ ਦੇ ਕਿਸੇ ਪਾਤਰ, ਘਟਨਾ ਜਾਂ ਗੱਲ ਦੀ ਬਹੁਤੀ ਉਪਮਾ ਕਰਨੀ, ਬਹੁਤ ਜ਼ਿਆਦਾ ਦੱਸਣਾ। ਠੀਕ ਹੈ ਨਾ, ਅਤੇ ਇਸ ਨੂੰ ਵਧਾ ਚੜਾ ਕੇ ਗੱਲ ਨੂੰ ਆਪਾਂ ਸਿੰਪਲ ਭਾਸ਼ਾ ਦੇ ਵਿੱਚ ਕਹਿੰਦੇ, ਸਧਾਰਨ ਦੇ ਵਿੱਚ ਅਤ ਕਥਨੀ ਬੱਚਿਓ। ਠੀਕ ਹੈ ਨਾ, ਇੱਥੇ ਇਹ ਗੱਲ ਵਰਣਨਯੋਗ ਹੈ ਕਿ ਅਤ ਕਥਨੀ ਅਲੰਕਾਰ ਦੀ ਸਿਰਜਣਾ ਕਰਨ ਦਾ ਉਦੇਸ਼ ਇੱਕ ਚਮਤਕਾਰ ਪੈਦਾ ਕਰਨਾ ਹੈ। ਚਮਤਕਾਰ ਹੀ ਕਵਿਤਾ ਵਿੱਚ ਸੋਝ ਸੁਆਦ ਦਾ ਸੰਚਾਰ ਕਰਦਾ ਹੈ। ਚਮਤਕਾਰ ਤੋਂ ਬਿਨਾਂ ਕਵਿਤਾ ਫਿੱਕੀ ਫਿੱਕੀ ਮਾਲੂਮ ਹੁੰਦੀ ਹੈ। ਰਸੀਲੀ ਅਤੇ ਸੁਆਦਲੀ ਕਵਿਤਾ ਵਿੱਚ ਕਿਸੇ ਨਾ ਕਿਸੇ ਚਮਤਕਾਰ ਦੀ ਹੋਂਦ ਜ਼ਰੂਰੀ ਹੁੰਦੀ ਹੈ। ਇੱਥੇ ਇਸੇ ਤਰ੍ਹਾਂ ਅਤ ਕਥਨੀ ਦੇ ਮੂਲ ਵਿੱਚ ਚਮਤਕਾਰ ਹੁੰਦਾ ਹੈ। ਭਾਈ ਕਾਨ ਸਿੰਘ ਨਾਭਾ ਨੇ ਇੱਕ ਪੰਜਾਬੀ ਦੀ ਉਦਾਹਰਨ ਦਿੱਤੀ ਹੈ, ਤਹਾਂ ਸਤਰੂ ਕੇ ਭੀਮ ਹਸਤੀ ਚਲਾਈ, ਫਿਰੈ ਮਦ ਗੇਣੂ ਅਜੋ ਲੌ ਨ ਆਏ। ਠੀਕ ਹੈ, ਅਤੇ ਪਾਂਡਵ ਭੀਮ ਸੈਨ ਨੇ ਵੈਰੀਆਂ ਦੇ ਹਾਥੀਆਂ ਨੂੰ ਅਸਮਾਨਾਂ ਵਿੱਚ ਚਲਾ ਚਲਾ ਕੇ ਮਾਰਿਆ ਕਿ ਉਹ ਹੁਣ ਤੱਕ ਗਗਨਾਂ ਵਿੱਚ ਘੁੰਮ ਰਹੇ ਹਨ। ਇਹ ਨਿਰੀ ਪੂਰੀ ਅਤ ਕਥਨੀ ਹੈ, ਅਸਲੀਅਤ ਨਹੀਂ ਹੈ, ਪਰ ਕਵੀ ਦੀ ਕਲਪਨਾ ਜ਼ਰੂਰ ਹੈ। ਵੀ ਬਹੁਤੀ ਗੱਲ ਕਹਿਤੀ ਵੀ ਉਹ ਕਲਪਨਾ ਹੈ ਨਾ। ਅਤ ਕਥਨੀ ਮਤਲਬ ਜਦੋਂ ਬਹੁਤ ਜ਼ਿਆਦਾ ਗੱਲ ਵਧਾ ਚੜਾ ਕੇ ਕਹੀ ਹੋਵੇ। ਠੀਕ ਹੈ, ਬਹੁਤਾ ਵਧਾ ਚੜਾ ਕੇ ਵਰਣਨ ਕਰਨ ਦੀ ਕਾਵ ਰੀਤ ਨੂੰ ਅਤ ਕਥਨੀ ਅਲੰਕਾਰ ਕਿਹਾ ਜਾਂਦਾ ਹੈ। ਠੀਕ ਹੈ, ਉਦਾਹਰਨ ਦਿੰਦੇ ਹਾਂ,
ਜੇ ਤੂੰ ਗਲ ਵਿੱਚ ਫੁੱਲਾਂ ਦਾ ਹਾਰ ਪਾਇਆ, ਤੇਰੇ ਲੱਕ ਨੂੰ ਪਏ ਕੜਵੱਲ ਮੋਈਏ। ਜੇ ਤੂੰ ਹੱਥਾਂ ਤੇ ਪੈਰਾਂ ਨੂੰ ਲਾਈ ਮਹਿੰਦੀ, ਭਾਰ ਨਾਲ ਤੂੰ ਸੱਕੀ ਨਾ ਹੱਲ ਮੋਈਏ। ਠੀਕ ਹੈ ਨਾ। ਮੋਹਨ ਸਿੰਘ ਸਾਵੇ ਪੱਤਰ ਕਾਵ ਸੰਗ੍ਰਹਿ ਵਿੱਚ ਅਨਾਰਕਲੀ ਨਾਂ ਦੀ ਕਵਿਤਾ ਵਿੱਚ ਇਹ ਬੰਦ ਲਿਆ ਗਿਆ ਹੈ। ਕਵੀ ਲਾਹੌਰ ਵਿੱਚ ਸਲੀਮ ਦੀ ਪ੍ਰੇਮਿਕਾ ਅਨਾਰਕਲੀ ਦੀ ਕਬਰ ਵੇਖ ਕੇ ਖਿਆਲ ਉਡਾਰੀਆਂ ਵਿੱਚ ਗੁੰਮ ਹੋ ਜਾਂਦਾ ਹੈ ਅਤੇ ਉਸਦੇ ਹੁਸਨ ਨੂੰ ਬਿਆਨ ਕਰਦਾ ਹੋਇਆ ਆਖਦਾ ਹੈ। ਠੀਕ ਹੈ ਨਾ। ਅਤੇ ਵੀ ਕਹਿੰਦਾ ਵੀ ਤੂੰ ਇੰਨਾ ਜ਼ਿਆਦਾ ਕੁਛ ਪਾਇਆ ਹੋਇਆ ਸੀ, ਹਾਰ ਦੇ ਭਾਰ ਨਾਲ ਤੇਰੇ ਲੱਕ ਨੂੰ ਕੜਵੱਲ ਪੈ ਜਾਂਦੇ ਸਨ ਅਤੇ ਹੱਥਾਂ ਪੈਰਾਂ 'ਤੇ ਲਾਈ ਮਹਿੰਦੀ ਦੇ ਭਾਰ ਨਾਲ ਤੂੰ ਤੂੰ ਸਹਾਰ ਨਹੀਂ ਸੀ ਸਕਦੀ, ਹੈ ਨਾ। ਵੀ ਇੱਦਾਂ ਕਥਨੀ ਕੀਤੀ ਹੋਈ ਹੈ। ਫੁੱਲਾਂ ਦੇ ਭਾਰ ਨਾਲ ਲੱਕ ਨੂੰ ਕੜਵੱਲ ਪੈਣੇ ਅਤੇ ਮਹਿੰਦੀ ਦੇ ਭਾਰ ਨੂੰ ਨਾ ਸਹਾਰਨਾ, ਇਹ ਵਰਣਨ ਵਧਾ ਚੜ੍ਹਾ ਕੇ ਕੀਤਾ ਗਿਆ ਹੈ ਜੋ ਅਸੰਭਵ ਦੇ ਬੇਦਲੀਲ ਜਾਪਦਾ ਹੈ। ਇਹ ਅਤਕਥਨੀ ਅਲੰਕਾਰ ਹੈ। ਕਵੀ ਦਾ ਮੰਤਵ ਅਨਾਰਕਲੀ ਦਾ ਹੁਸਨ, ਉਸਦੀ ਕਮਰ ਦੀ ਲਚਕ, ਉਸਦੀ ਕੋਮਲਤਾ ਦਾ ਬਿਆਨ ਕਰਨਾ ਹੈ, ਪਰ ਉਹ ਲੋਕ ਮਰਿਆਦਾ ਨੂੰ ਟੱਪ ਕੇ ਅਸੰਭਵ ਕਲਪਨਾ ਕਰਦਾ ਹੋਇਆ ਚਮਤਕਾਰ ਪੈਦਾ ਕਰਦਾ ਹੈ। ਠੀਕ ਹੈ ਨਾ ਬੱਚਿਓ, ਬਹੁਤੀ ਗੱਲ ਕਹੀ ਗਈ ਹੈ ਇਹ। ਠੀਕ ਹੈ ਨਾ। ਹੋਰ ਦੇਖਿਆ ਆਪਾਂ, ਹੁਸਨ ਉਸ ਦਾ ਮੈਂ ਕੀ ਆਖਾਂ, ਤੱਕਣ ਲੱਗਿਆ ਪੈਂਦਿਆਂ ਲਾਸਾਂ। ਠੀਕ ਹੈ। ਧੌਣ ਗੋਰੀ ਦੀ ਐਸੀ ਫੱਬੇ, ਆਉਂਦਾ ਜਾਂਦਾ ਸਾਹ ਪਿਆ ਲੱਭੇ। ਠੀਕ ਹੈ। ਅਤੇ ਫਿਰ ਇਸ ਤਰ੍ਹਾਂ 10 ਮਾਈਆਂ ਦਾ ਘਿਓ ਦਿੱਤਾ, ਬੱਕੀ ਦੇ ਢਿੱਡ ਪਾ, ਬੱਕੀ ਤੋਂ ਡਰਨ ਫਰਿਸ਼ਤੇ, ਮੈਥੋਂ ਡਰੇ ਖੁਦਾ, ਚੁੱਭੀ ਵਿੱਚ ਪਤਾਲ ਲਾ, ਉੱਡ ਕੇ ਚੜ੍ਹੇ ਆਕਾਸ਼, ਚੜ੍ਹਨਾ ਆਪਣੀ ਸ਼ੌਂਕ ਨੂੰ, ਬੱਕੀ ਨੂੰ ਲਾਜ ਨਾ ਲਾ। ਮਿਰਜ਼ਾ ਸਾਹਿਬਾਂ ਦੇ ਵਿੱਚੋਂ। ਧੂ ਲਈ ਕਿਰਪਾਨੀ ਦੁਰਗਾ ਮਿਆਨ 'ਤੇ, ਚੰਡੀ ਰਾਖਸ਼ ਖਾਣੀ ਵਾਹੀ ਦੈਂਤ ਨੂੰ, ਕੋਪਰ ਚੂਰ ਚਵਾਣੀ ਲੱਥੀ ਕਰੰਗ ਲੈ, ਪਾਖਰ ਤੁਰਾਂ ਪਲਾਣੀ ਰੜਕੀ ਧਰਤ ਜਾਏ, ਲਹਿੰਦੀ ਅੱਗਾ ਧਿਆਣੀ ਸਿੰਘਾਂ ਧੌਲ ਦਿਆਂ। ਠੀਕ ਹੈ। ਅਤੇ ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਬੱਚਿਓ ਅੱਗੇ ਕੀ ਹੈ। ਅਤੇ ਇਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਵੀ ਅਤਕਥਨੀ ਅਲੰਕਾਰ ਸੀ ਇਹ। ਠੀਕ ਹੈ। ਅਤੇ ਹੁਣ ਇਹ ਬੱਚਿਓ ਅਲੰਕਾਰ ਸਨ। ਠੀਕ ਹੈ ਨਾ, ਜੋ ਆਪਾਂ ਬੜੇ ਸੋਹਣੇ ਢੰਗ ਨਾਲ ਪੜ੍ਹੇ ਨੇ। ਮੈਨੂੰ ਉਮੀਦ ਹੈ ਕਿ ਤੁਹਾਨੂੰ ਬਹੁਤ ਬਹੁਤ ਸੋਹਣੇ ਸਮਝ ਆਏ ਹੋਣਗੇ ਬੱਚਿਓ। ਠੀਕ ਹੈ। ਅਤੇ ਅਲੰਕਾਰ ਦਾ ਮਤਲਬ ਗਹਿਣੇ, ਜਦੋਂ ਕਵੀ ਆਪਣੀ ਗੱਲ ਨੂੰ ਸਜਾਉਣ ਵਾਸਤੇ ਹੋਰ ਸ਼ਬਦ ਵਰਤ ਲੈਂਦਾ ਬੱਚਿਓ ਉਹਦੇ ਨਾਲ। ਠੀਕ ਹੈ। ਅਤੇ ਪ੍ਰਮੁੱਖ ਸ਼ਬਦਾਂ ਦੇ ਨਾਲ। ਠੀਕ ਹੈ, ਉਸਨੂੰ ਆਪਾਂ ਅਲੰਕਾਰ ਕਹਿੰਦੇ ਹਾਂ। ਠੀਕ ਹੈ। ਅਤੇ ਸੁਣਨ ਅਤੇ ਸਮਝਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਬੱਚਿਓ।